देखो जो 26 जनवरी ਨੂੰ ਘਟਨਾ ਹੋਈ ਹੈ ਲਾਲ ਕਿਲੇ ਦੀ ਉਸ ਦੇ ਵਿੱਚ ਸੰਯੁਕਤ ਮੋਰਚੇ ਦਾ ਉਹ ਕੋਈ ਪ੍ਰੋਗਰਾਮ ਨਹੀਂ ਸੀ। ਉਹਨਾਂ ਰੂਟਾਂ ਨੂੰ ਕਲੀਅਰ ਨਹੀਂ ਕੀਤਾ ਗਿਆ। ਉੱਥੇ ਪੁਲਿਸ ਜਾਣਬੁੱਝ ਕੇ ਅੱਗੇ ਲਗਾਈ ਗਈ ਤੇ ਲੋਕਾਂ ਨੂੰ ਲਾਲ ਕਿਲੇ ਵੱਲ ਜਾਣ ਵਾਸਤੇ ਉਤਸ਼ਾਹਿਤ ਕੀਤਾ ਗਿਆ। ਜਿਹੜੇ ਬਾਹਰ ਦੇ ਵੀ ਲੋਕ ਸੀ, ਜਿਵੇਂ ਪੰਧੇਰ ਵਾਲੀ ਜਥੇਬੰਦੀ ਨੇ ਖੁੱਲ੍ਹਮ ਖੁੱਲ੍ਹਾ ਐਲਾਨ ਕੀਤਾ ਸੀਗਾ ਤੇ ਬਾਅਦ 'ਚ ਵੀ ਉਹ ਵੀ ਇਹਨਾਂ ਗੱਲਾਂ ਤੇ ਹੁਣ ਸਫਾਈਆਂ ਦਿੰਦੇ ਨਜ਼ਰ ਆਏ ਤੇ ਵੀ ਅਸੀਂ ਤਾਂ ਇਸ ਤਰ੍ਹਾਂ ਦਾ ਨਹੀਂ ਕੀਤਾਗਾ। ਉਹ ਸੰਸਦ ਦਾ ਘਰਾਓ ਹੈ ਜਿਹੜਾ ਉਹ ਅਸੀਂ ਮਈ ਦੇ ਪਹਿਲੇ 15ਵਾੜੇ ਦੇ ਵਿੱਚ ਅਸੀਂ ਉਹ ਕਰਾਂਗੇ। ਸਤਿ ਸ਼੍ਰੀ ਅਕਾਲ, ਔਨ 에ਅਰ ਵੇਖ ਰਹੇ ਹੋ ਤੁਸੀਂ। ਤੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕੱਲ ਬੀਤੇ ਦਿਨ ਇੱਕ ਬੈਠਕ ਹੋਈ। ਇਸ ਅਹਿਮ ਬੈਠਕ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਆਪਣੀ ਨਵੀਂ ਰਣਨੀਤੀ ਨੂੰ ਤਿਆਰ ਕਰਦਿਆਂ ਦਿੱਲੀ ਦੇ ਵਿੱਚ ਸੰਸਦ ਦੇ ਘਿਰਾਓ ਕਰਨ ਦੀ ਗੱਲ ਆਖੀ ਜਾ ਰਹੀ ਹੈ। ਇੱਕ ਮਈ ਦੇ ਪਹਿਲੇ ਹਫਤੇ ਦੇ ਵਿੱਚ ਇਹ ਸੰਸਦ ਦੀ ਘਿਰਾਓ ਕਰਨ ਦੀ ਗੱਲ ਆਖੀ ਜਾ ਰਹੀ ਹੈ। ਹਾਲਾਂਕਿ ਤਰੀਕ ਫਾਈਨਲ ਨਹੀਂ ਹੋਈ ਹੈ। ਇਸ ਪੂਰੀ ਸਟ੍ਰੈਟੇਜੀ ਨੂੰ ਲੈ ਕੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਇਸ ਵੇਲੇ ਮੌਜੂਦ ਨੇ ਆਲ ਇੰਡੀਆ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ, ਜੋ ਸੰਯੁਕਤ ਕਿਸਾਨ ਮੋਰਚੇ ਦੀ ਜੋ 40 ਮੈਂਬਰੀ ਕਮੇਟੀ ਆ ਉਸ ਦੇ ਮੈਂਬਰ ਵੀ ਨੇ। ਤੁਹਾਡੀ ਨਵੀਂ ਰਣਨੀਤੀ ਤਿਆਰ ਕੀਤੀ ਜਾ ਰਹੀ ਆ ਇਸ ਦਿੱਲੀ ਦੇ ਸੰਸਦ ਦੇ ਘਿਰਾਓ ਕਰਨ ਦੀ ਗੱਲ ਜੋ ਕੀਤੀ ਜਾ ਰਹੀ ਆ, ਇਸ ਨੂੰ ਲੈ ਕੇ ਕੀ ਸਟ੍ਰੈਟੇਜੀ ਤੁਹਾਡੀ ਰਹੇਗੀ ਪੂਰੀ? ਕੱਲ੍ਹ ਜੋ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਅਸੀਂ ਕਈ ਤਰ੍ਹਾਂ ਦੇ ਪ੍ਰੋਗਰਾਮ ਹੈ ਜਿਹੜੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਾਰੀ ਕੀਤੇ ਨੇ। ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ 5 ਅਪ੍ਰੈਲ ਨੂੰ FCI ਜੋ ਖਤਮ ਕਰਨ ਦੀਆਂ ਸਾਜ਼ਿਸ਼ਾਂ ਨੇ ਕੇਂਦਰ ਸਰਕਾਰ ਦੀਆਂ, ਉਸ ਨੂੰ ਨੰਗਾ ਕਰਨ ਦੇ ਲਈ ਤੇ ਉਸ ਨੂੰ ਰੋਕਣ ਦੇ ਲਈ FCI ਖਤਮ ਕਰਨ ਤੋਂ ਤੇ FCI ਦੇ ਦਫ਼ਤਰਾਂ ਦਾ ਅਸੀਂ ਘਿਰਾਓ ਕਰਾਂਗੇ ਪੂਰੇ ਦੇਸ਼ ਦੇ ਵਿੱਚ। ਤੇ 10 ਅਪ੍ਰੈਲ ਨੂੰ ਅਸੀਂ ਸਾਰੇ ਦੇਸ਼ ਦੇ ਵਿੱਚ 10 ਅਪ੍ਰੈਲ ਨੂੰ ਅਸੀਂ ਜਿਹੜੀ ਦਿੱਲੀ ਦੇ ਪਾਸੇ KMP ਰੋਡ ਹੈ ਉਸ ਨੂੰ 24 ਘੰਟਿਆਂ ਦੇ ਵਾਸਤੇ ਜਾਮ ਕਰਾਂਗੇ। ਇਹ ਸਾਡਾ ਦੂਜਾ ਪ੍ਰੋਗਰਾਮ ਹੋਵੇਗਾ। ਇਸ ਤੋਂ ਬਾਅਦ 13 ਅਪ੍ਰੈਲ ਨੂੰ ਅਸੀਂ ਦਿੱਲੀ ਦੇ ਵਿੱਚ ਜਿਹੜਾ ਵਿਸਾਖੀ ਦਾ ਤਿਉਹਾਰ ਹੈ ਉਹ ਆਪਣੀਆਂ ਸਟੇਜਾਂ 'ਤੇ ਉੱਥੇ ਮਨਾਵਾਂਗੇ। ਤੇ 14 ਅਪ੍ਰੈਲ ਨੂੰ ਭੀਮ ਰਾਓ ਅੰਬੇਦਕਰ ਜੀ ਡਾਕਟਰ ਸਾਹਿਬ, ਜਿਨ੍ਹਾਂ ਨੇ ਜਿਹੜੇ ਸਾਡੇ ਸੰਵਿਧਾਨ ਦੇ ਨਿਰਮਾਤਾ ਨੇ, ਤੇ ਉਹਨਾਂ ਦੇ ਮਤਲਬ ਕਿ ਦਿਨ ਹੈ ਜਿਹੜਾ ਅਸੀਂ ਦਿੱਲੀ ਦੇ ਵਿੱਚ ਮਨਾਵਾਂਗੇ ਸੰਵਿਧਾਨ ਬਚਾਓ ਦਿਵਸ ਦੇ ਤੌਰ 'ਤੇ, ਜਿਹੜਾ ਕਿ ਸਾਡੀ ਕੇਂਦਰ ਸਰਕਾਰ ਦੇ ਪਿਛਲੇ ਫੈਸਲੇ ਨੇ ਬਹੁਤ ਸਾਰੇ, ਚਾਹੇ ਉਹ ਕਿਸਾਨਾਂ ਨੂੰ ਲੈ ਕੇ ਨੇ, ਮਜ਼ਦੂਰਾਂ ਨੂੰ ਲੈ ਕੇ ਨੇ, ਆਮ ਲੋਕਾਂ ਨੂੰ, ਘੱਟ ਗਿਣਤੀਆਂ ਤੇ ਔਰਤਾਂ ਨੂੰ ਲੈ ਕੇ ਨੇ। ਉਹਨਾਂ ਦੇ ਵਿੱਚ ਜਿਹੜੀ ਸੰਵਿਧਾਨ ਦੀ ਅਣਦੇਖੀ ਤੇ ਸੰਵਿਧਾਨ ਨੂੰ ਉਲਟਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਉਸ ਦੇ ਬਾਰੇ ਅਸੀਂ ਕਾਲ ਦਿੱਤੀ ਹੈ ਵੀ ਅਸੀਂ ਸੰਵਿਧਾਨ ਬਚਾਓ ਦਿਵਸ ਦੇ ਤੌਰ 'ਤੇ ਡਾਕਟਰ ਭੀਮ ਰਾਓ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ। ਉਸ ਦਿਨ ਅਸੀਂ ਸਮੁੱਚੇ ਮੋਰਚੇ ਵੱਲੋਂ ਮਜ਼ਦੂਰ ਦਿਵਸ ਨੂੰ ਆਪਣੇ ਦਿੱਲੀ ਦੇ ਵਿੱਚ ਸਾਡੀਆਂ ਜਿਹੜੀਆਂ ਸਟੇਜਾਂ ਨੇ, ਚਾਹੇ ਉਹ ਸਿੰਘੂਪੁਰ ਹੈ, ਟਿਕਰੀ ਹੈ, ਤੇ ਉਹ ਸਾਰੀਆਂ ਸਟੇਜਾਂ 'ਤੇ ਅਸੀਂ ਮਜ਼ਦੂਰਾਂ ਨੂੰ ਸਮਰਪਿਤ ਕਰਕੇ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਦੇ ਕੇ ਤੇ ਅਸੀਂ ਉਹ ਦਿਨ ਹੈ ਜਿਹੜਾ ਮਨਾ ਰਹੇ ਹਾਂ। ਤੇ ਇਹਦੇ ਨਾਲ ਨਾਲ ਜਿਹੜੀ ਗੱਲ ਤੁਸੀਂ ਕਰੀ ਹੈ ਵੀ ਸੰਸਦ ਦੇ ਘਿਰਾਓ ਦੀ, ਉਹ ਸੰਸਦ ਦਾ ਘਿਰਾਓ ਹੈ ਜਿਹੜਾ ਉਹ ਅਸੀਂ ਮਈ ਦੇ ਪਹਿਲੇ 15ਵਾੜੇ ਦੇ ਵਿੱਚ ਅਸੀਂ ਉਹ ਕਰਾਂਗੇ। ਤੇ ਉਸ ਦੀ ਅਜੇ ਤਰੀਕ ਨਹੀਂ ਤੈਅ ਕੀਤੀ, ਉਸ ਦੀ ਸਟ੍ਰੈਟਜੀ ਨਹੀਂ ਤੈਅ ਕੀਤੀ। ਉਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੁਬਾਰਾ ਮੀਟਿੰਗਾਂ ਕਰਕੇ ਉਸ ਦੀਆਂ ਤਰੀਕਾਂ ਦਾ ਵੀ ਐਲਾਨ ਕਰਾਂਗੇ। ਤੇ ਉਹ ਜਿਹੜਾ ਸੰਸਦ ਦਾ ਘਿਰਾਓ ਹੈ ਉਹ ਕਿਵੇਂ ਕੀਤਾ ਜਾਣਾ ਹੈ, ਤੇ ਮੋਟੇ ਤੌਰ 'ਤੇ ਉਹਦੇ 'ਚ ਸਹਿਮਤੀ ਹੈ ਵੀ ਅਸੀਂ ਉਹ ਪੈਦਲ ਮਾਰਚ ਕਰਾਂਗੇ ਤੇ ਦਿੱਲੀ ਦੇ ਜਿੰਨੇ ਵੀ ਰਾਹ ਨੇ ਉਹ ਸਾਰੇ ਰਾਹਾਂ ਤੋਂ ਕੀਤਾ ਜਾਊਗਾ, ਕੋਈ ਇੱਕ ਵਿਸ਼ੇਸ਼ ਰਾਹ ਤੋਂ ਨਹੀਂ ਹੋਊਗਾ। ਤੇ ਅਸੀਂ ਜਿਹੜੀ ਸਾਡੀ ਕੇਂਦਰ ਦੀ ਸਰਕਾਰ ਹੈ ਜਿਸ ਦੇ ਵਿਰੁੱਧ ਲਗਾਤਾਰ ਅਸੀਂ ਪੰਜਾਬ ਦੇ ਵਿੱਚੋਂ ਖੇਤੀ ਬਿੱਲਾਂ ਨੂੰ ਲੈ ਕੇ ਜਿਹੜਾ ਅੰਦੋਲਨ ਸ਼ੁਰੂ ਕੀਤਾ ਸੀ, ਤੇ ਉਹ ਪੰਜਾਬ ਤੋਂ ਹੁੰਦਾ ਪਹਿਲਾਂ ਅਸੀਂ ਰੈਲੀਆਂ ਕੀਤੀਆਂ, ਟਰੈਕਟਰ ਮਾਰਚ ਜਾਂ ਮੋਟਰਸਾਈਕਲ ਮਾਰਚ ਕੀਤੇ, ਵਿਧਾਇਕਾਂ ਨੂੰ ਮੰਗ ਪੱਤਰ ਵਗੈਰਾ ਦਿੱਤੇ ਗਏ, ਚੇਤਾਵਨੀ ਪੱਤਰ। ਇਹਦੇ ਨਾਲ ਬੰਦ ਵੀ ਹੋਏ, ਭਾਵੇਂ 25 ਸਤੰਬਰ ਦਾ। ਫਿਰ ਲਗਾਤਾਰ 2 ਮਹੀਨੇ ਅਸੀਂ ਰੇਲਵੇ ਦੇ ਮਤਲਬ ਕਿ ਜਾਮ ਕਰਨ ਦੇ ਬਾਅਦ ਚੱਕਾ ਜਾਮ ਕੀਤਾ ਗਿਆ। ਤੇ ਇਸ ਤੋਂ ਬਾਅਦ 26 ਨਵੰਬਰ ਤੋਂ ਬਾਅਦ ਅਸੀਂ ਲਗਾਤਾਰ ਪੂਰੇ ਦੇਸ਼ ਦੀਆਂ ਜਥੇਬੰਦੀਆਂ ਦਿੱਲੀ ਦੇ ਬਾਰਡਰਾਂ ਦੇ ਉੱਪਰ ਅਸੀਂ ਲਗਾਤਾਰ ਸ਼ਾਂਤਮਈ ਤਰੀਕੇ ਦੇ ਨਾਲ ਧਰਨਾ ਦੇ ਰਹੇ ਹਾਂ। ਤੇ ਉਹਦੇ ਵਿੱਚ ਜਿੱਥੇ ਕਿ ਜਿਹੜਾ ਅੰਦੋਲਨ ਪਹਿਲਾਂ ਪੰਜਾਬ ਤੋਂ ਸ਼ੁਰੂ ਹੋਇਆ ਸੀ, ਉਹ ਅੱਜ ਅੰਦੋਲਨ ਹੈ ਜਿਹੜਾ, ਜਿਵੇਂ ਕਿ ਤੁਸੀਂ ਪਿਛਲੇ ਦਿਨਾਂ 'ਚ ਜਿਹੜਾ ਅਸੀਂ 4 ਮਹੀਨੇ ਅੰਦੋਲਨ ਦੇ ਪੂਰੇ ਹੋਣ 'ਤੇ 26 ਮਾਰਚ ਨੂੰ ਬੰਦ ਦੀ ਕਾਲ ਦਿੱਤੀ ਸੀ, ਉਸ ਨੇ ਸਿੱਧ ਕੀਤਾ ਹੈ, ਉਸ ਨੇ ਦਰਸਾਈ ਇਹ ਗੱਲ
ਵੀ ਜਿਹੜਾ ਹੁਣ ਅੰਦੋਲਨ ਹੈ ਉਹ ਇਕੱਲੇ ਪੰਜਾਬ ਦਾ, ਜਾਂ ਜਿਵੇਂ ਸਰਕਾਰ ਕਹਿੰਦੀ ਸੀ ਪਹਿਲਾਂ ਇਹ ਪੰਜਾਬੀਆਂ ਦਾ ਅੰਦੋਲਨ ਹੈ, ਇਹ ਸਿੱਖਾਂ ਦਾ ਅੰਦੋਲਨ ਹੈ, ਜਾਂ ਇਸ ਨੂੰ ਦੋਸ਼ ਲਾਉਣ ਦੀ ਮਾਰੇ ਖਾਲਿਸਤਾਨੀ ਐਰਾ ਵਗੈਰਾ ਉਹ ਕਹਿੰਦੇ ਸੀ, ਇਹ ਉਹ ਗੱਲਾਂ ਨਹੀਂ ਕਿਸੇ ਕਿਸਮ ਦੀਆਂ। ਤੇ ਹੁਣ ਇਹ ਪੂਰੇ ਦੇਸ਼ ਦਾ, ਪੂਰੇ ਕਿਸਾਨਾਂ ਦਾ, ਮਜ਼ਦੂਰਾਂ ਦਾ, ਇੱਕ ਜਨ ਦਾ, ਆਵਾਮ ਦਾ ਅੰਦੋਲਨ ਹੈ ਜਿਹੜਾ ਇਹ ਬਣ ਚੁੱਕਾ ਹੈ। 26 ਕਿੱਦਾਂ ਕਰੋਗੇ ਤੁਸੀਂ, ਕਿਉਂਕਿ ਜੋ ਕੁਝ ਇਸ ਅੰਦੋਲਨ ਦੇ ਵਿੱਚ ਪਹਿਲਾਂ ਵੀ ਵਾਪਰਿਆਗਾ, ਜਦੋਂ ਤੱਕ ਅੰਦੋਲਨ ਨੂੰ ਤਿੱਖਾ ਕੀਤਾ ਗਿਆ, ਜਿੱਦਾਂ 26 ਜਨਵਰੀ ਨੂੰ ਹੋਇਆਗਾ। 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਦੇ ਉੱਤੇ ਕਈ ਨੌਜਵਾਨਾਂ ਦੇ ਨੂੰ ਲੈ ਕੇ ਜਿਹੜਾ ਇੱਕ ਪਾਸੇ ਡਾਇਵਰਸ਼ਨ ਹੋਇਆਗਾ, ਉੱਥੇ ਲਾਲ ਕਿਲੇ ਵੱਲ ਨੂੰ ਉਹਨਾਂ ਨੂੰ ਉੱਥੇ ਪ੍ਰਿਵੋਕ ਕੀਤਾ ਗਿਆ ਉੱਥੇ ਜਾਣ ਦੇ ਵਾਸਤੇ, ਤੇ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀਆਂ ਕੀਤੀਆਂ ਗਈਆਂ। ਤੇ ਇਸ ਅੰਦੋਲਨ ਨੂੰ ਲੈ ਕੇ ਕਿੱਦਾਂ ਮੈਨੇਜ ਕਰੋਗੇ, ਕਿਉਂਕਿ ਇੱਥੇ ਇੱਕ ਭਾਰੀ ਇਕੱਠ ਹੋਏਗਾ, ਤੇ ਉਸ ਨੂੰ ਕਿੱਦਾਂ ਬੈਲੈਂਸ ਕਰਨ ਲਈ ਸਟ੍ਰੈਟਜੀ ਬਣਾਓਗੇ? ਦੇਖੋ, ਜੋ 26 ਜਨਵਰੀ ਨੂੰ ਘਟਨਾ ਹੋਈ ਹੈ ਲਾਲ ਕਿਲੇ ਦੀ, ਉਸ ਦੇ ਵਿੱਚ ਸੰਯੁਕਤ ਮੋਰਚੇ ਦਾ ਉਹ ਕੋਈ ਪ੍ਰੋਗਰਾਮ ਨਹੀਂ ਸੀ। ਅਸੀਂ ਉਸ ਨੂੰ ਰੱਦ ਵੀ ਕੀਤਾ, ਉਸ ਦੀ ਨਿੰਦਾ ਵੀ ਕੀਤੀ ਹੈ। ਸਰਕਾਰ ਨੇ ਉਹ ਘਟਨਾ ਕਰਵਾਉਣ ਦੇ ਵਿੱਚ ਅਹਿਮ ਰੋਲ ਨਿਭਾਇਆ। ਸਰਕਾਰ ਨੇ ਕਿਵੇਂ ਰੋਲ ਨਿਭਾਇਆ ਵੀ ਜਿਹੜੇ ਸਾਡੇ ਨਾਲ ਰੂਟ ਤੈਅ ਕੀਤੇ ਗਏ ਸੀ ਦਿੱਲੀ ਦੇ ਵਿੱਚ ਪਰੇਡ ਕਰਨ ਦੇ ਵਾਸਤੇ, ਉਹਨਾਂ ਰੂਟਾਂ ਨੂੰ ਕਲੀਅਰ ਨਹੀਂ ਕੀਤਾ ਗਿਆ। ਉੱਥੇ ਪੁਲਿਸ ਜਾਣਬੁੱਝ ਕੇ ਅੱਗੇ ਲਗਾਈ ਗਈ ਤੇ ਲੋਕਾਂ ਨੂੰ ਲਾਲ ਕਿਲੇ ਵੱਲ ਜਾਣ ਵਾਸਤੇ ਉਤਸ਼ਾਹਿਤ ਕੀਤਾ ਗਿਆ, ਤੇ ਆਪਦੇ ਪਲਾਨ ਬੰਦਿਆਂ ਦੇ ਦੁਆਰਾ ਉਹਨਾਂ ਨੇ ਲੋਕਾਂ ਨੂੰ ਲਾਲ ਕਿਲੇ ਵੱਲ ਮਤਲਬ ਕਿ ਗੁੰਮਰਾਹ ਕਰਕੇ ਤੇ ਉਤੇਜਿਤ ਕਰਕੇ ਨੌਜਵਾਨਾਂ ਨੂੰ ਲਿਜਾਣ ਦਾ ਯਤਨ ਕੀਤਾ। ਉਹਦੇ ਵਿੱਚ ਦੇਖੋ, ਮੋਰਚੇ ਤੋਂ ਬਾਹਰ ਵਾਲੇ ਲੋਕ ਸੀ ਜ਼ਿਆਦਾਤਰ, ਜਿਹੜੇ ਕੋਈ ਉੱਥੇ ਅਗਵਾਈ ਦੇ ਰਹੇ ਸੀ। ਉਹਨਾਂ ਦੇ ਵਿੱਚ ਸਰਕਾਰ ਦੇ ਪਲਾਨ ਲੋਕ ਵੀ ਸੀ, ਕੁਛ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਗਿਆ, ਤੇ ਉਹ ਬਾਅਦ 'ਚ ਉਹਨਾਂ ਨੇ ਮਹਿਸੂਸ ਵੀ ਕੀਤਾ। ਤੇ ਜਿੱਥੋਂ ਤੱਕ ਸਾਡੇ ਮੋਰਚੇ ਦਾ ਸਵਾਲ ਹੈ, ਸਾਡੇ ਮੋਰਚੇ ਦੀ ਰਣਨੀਤੀ ਇੱਕੋ ਰਹਿੰਦੀ ਹੈ। ਹਾਂ, ਜੇਕਰ ਕੋਈ ਜਥੇਬੰਦੀਆਂ ਨੇ ਉਸ ਨੂੰ ਤਾਰਪੀਡੋ ਕਰਨ ਦੇ ਵਿੱਚ ਕੋਈ ਰੋਲ ਨਿਭਾਇਆ ਹੈ, ਜਿਹੜੇ ਮੋਰਚੇ ਦੇ ਅੰਦਰ ਸੀ, ਉਹਨਾਂ ਦੀਆਂ ਬਕਾਇਦਾ ਮੰਨ ਲਓ ਕਮੇਟੀਆਂ ਬਣਾ ਕੇ ਅਸੀਂ ਉਹਨਾਂ ਨੂੰ ਸਸਪੈਂਡ ਵੀ ਕੀਤਾ, ਉਹਨਾਂ ਤੋਂ ਗਲਤੀ ਵੀ ਮਨਵਾਈ ਹੈ। ਤੇ ਉਹ ਬੇਸ਼ੱਕ ਮੈਨੂੰ ਨਾਂ ਲੈਣ 'ਚ ਕੋਈ ਝਿਜਕ ਨਹੀਂ, ਸੁਰਜੀਤ ਫੂਲ ਜਿਹੜੇ ਮੋਰਚੇ ਉਹ ਉੱਥੇ 26 ਨੂੰ ਗਏ ਹੈ, ਉਹਨਾਂ ਨੇ ਇਹ ਆਪਣੀ ਗਲਤੀ ਮੰਨੀ ਹੈ। ਤੇ ਇਸ ਕਰਕੇ ਮੈਂ ਨਹੀਂ ਸਮਝਦਾ ਵੀ ਜਿਹੜੇ ਬਾਹਰ ਦੇ ਵੀ ਲੋਕ ਸੀ, ਜਿਵੇਂ ਪੰਧੇਰ ਵਾਲੀ ਜਥੇਬੰਦੀ ਨੇ ਖੁੱਲ੍ਹਮ ਖੁੱਲ੍ਹਾ ਐਲਾਨ ਕੀਤਾ ਸੀਗਾ, ਤੇ ਬਾਅਦ 'ਚ ਵੀ ਉਹ ਵੀ ਇਹਨਾਂ ਗੱਲਾਂ 'ਤੇ ਹੁਣ ਸਫਾਈਆਂ ਦਿੰਦੇ ਨਜ਼ਰ ਆਏ, ਤੇ ਵੀ ਅਸੀਂ ਤਾਂ ਇਸ ਤਰ੍ਹਾਂ ਦਾ ਨਹੀਂ ਕੀਤਾਗਾ। ਤੇ ਪਰ ਉਹ ਕੁੱਲ ਮਿਲਾ ਕੇ ਮਾੜਾ ਹੋਇਆ। ਇਹ ਲੋਕ ਸਰਕਾਰ ਦੇ ਟਰੈਪ ਦੇ ਵਿੱਚ ਫਸੇ, ਤੇ ਸਰਕਾਰ ਜਿਹੜੀ ਦੋਸ਼ ਲਾਉਂਦੀ ਸੀ ਵੀ ਇਹ ਕੇਵਲ ਤੇ ਕੇਵਲ ਸਿੱਖਾਂ ਦਾ, ਪੰਜਾਬੀਆਂ ਦਾ ਜਾਂ ਖਾਲਿਸਤਾਨੀਆਂ ਦਾ ਅੰਦੋਲਨ ਹੈ, ਇਹ ਤਾਂ ਖਾਲਿਸਤਾਨ ਚਾਹੁੰਦੇ ਆ, ਬਿੱਲਾਂ ਦਾ ਕੋਈ ਵਾਸਤਾ ਨਹੀਂ, ਉਹਨੂੰ ਮਤਲਬ ਕਿ ਲੋਕਾਂ ਨੂੰ ਦਰਸਾਉਣਾ ਚਾਹੁੰਦੀ ਸੀ, ਪਰ ਉਹ ਕਾਮਯਾਬ ਨਹੀਂ ਹੋ ਸਕੀ। ਉਹ ਘਟਨਾ ਬਿਲਕੁਲ ਨੰਗੀ ਹੋ ਗਈ ਦੇਸ਼ ਦੇ ਸਾਰੇ ਲੋਕਾਂ ਨੇ। ਈਵਨ ਮੈਂ ਦਿੱਲੀ ਦੇ ਵਿੱਚ ਲਗਭਗ ਪਿਛਲੇ 4 ਮਹੀਨਿਆਂ ਤੋਂ ਹਾਂ, ਤੇ ਸਿਰਫ ਮੈਂ ਪੰਜਾਬ ਇਸ ਅਰਸੇ ਦੇ ਵਿੱਚ ਕੇਵਲ 7-8 ਦਿਨਾਂ ਵਾਸਤੇ ਹੀ ਪੰਜਾਬ ਆਇਆ, 2-3 ਵਾਰ, ਇੱਕ 2-2 ਵਾਰ ਲਗਾਤਾਰ ਮੈਂ ਲੋਕਾਂ ਨੂੰ ਮਿਲਦਾ ਹਾਂ। ਅਸੀਂ ਬੱਸਾਂ 'ਚ ਜਾਂ ਆਟੋ 'ਚ ਸਫ਼ਰ ਕਰਦੇ ਹਾਂ, ਸਾਨੂੰ ਬਹੁਤ ਸਾਰੇ ਜਿਹੜੇ ਮੰਨ ਲਓ ਮਜ਼ਦੂਰ ਹੈ, ਆਮ ਲੋਕ ਹੈ, ਜਿਹੜੇ ਅਨਪੜ੍ਹ ਵੀ ਲੋਕ ਹੈ, ਉਹਨਾਂ ਨੇ ਵੀ ਸਾਡੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਵੀ ਲਾਲ ਕਿਲੇ ਦੀ ਘਟਨਾ ਸੀ ਜੋ ਉਹ ਸਰਕਾਰ ਨੇ ਕੀਤੀ ਸੀ, ਕਿਉਂਕਿ ਆਮ ਦਿਨਾਂ ਦੇ ਵਿੱਚ ਲਾਲ ਕਿਲੇ 'ਚ ਇੰਨੀ ਸਿਕਿਉਰਿਟੀ ਹੁੰਦੀ ਹੈ, ਤੇ ਉਸ ਦਿਨ ਕਿਵੇਂ ਨਾ ਸਿਕਿਉਰਿਟੀ ਹੁੰਦੀ, ਤੇ ਉਹ ਲੋਕਾਂ ਨੂੰ ਸਾਰਾ ਕੁਝ ਕਰਨ ਵਾਸਤੇ ਖੁੱਲ੍ਹਾ ਛੱਡਿਆ ਗਿਆ। ਤੇ ਵੀ ਸਰਕਾਰ ਨੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਸਟ੍ਰੈਟਜੀ ਬਣਾ ਕੇ ਤੇ ਇਸ ਤਰੀਕੇ ਨਾਲ ਗੁੰਮਰਾਹ ਕੀਤਾ ਨੌਜਵਾਨਾਂ ਨੂੰ। ਤੇ ਫਿਰ ਕੀ ਉਮੀਦ ਕਰਦੇ ਆ ਕਿ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਵੀ ਹੁਣ ਮਈ ਦੇ ਪਹਿਲੇ ਹਫ਼ਤੇ ਸੰਸਦ ਦਾ ਘਿਰਾਵ ਕਰਾਂਗੇ ਤੇ ਉਸ ਦੇ ਵਿੱਚ ਸਰਕਾਰ ਨਹੀਂ ਕਰੂਗੀ, ਕਿਸ ਤਰੀਕੇ ਦੇ ਨਾਲ ਚੱਲੋਗੇ ਫਿਰ ਇਸ ਤਰ੍ਹਾਂ? ਦੇਖੋ ਕਿ ਪਹਿਲਾਂ ਵੀ ਸਰਕਾਰ ਦੇ ਉੱਤੇ ਤੁਸੀਂ ਐਲੀਗੇਟ ਕਰਦੇ ਹੋ ਕਿ ਵੀ ਤੁਸੀਂ ਕਹਿੰਦੇ ਹੋ ਕਿ ਵੀ ਸਰਕਾਰ ਨੇ ਪਹਿਲਾਂ ਕਰਵਾਇਆ ਤਾਂ ਹੁਣ ਵੀ ਦੁਬਾਰਾ ਹੋ ਸਕਦਾ। ਨਹੀਂ, ਦੇਖੋ, ਸਰਕਾਰ ਬਿਲਕੁਲ ਇਸ ਮਾਮਲੇ ਦੇ ਵਿੱਚ ਨੰਗੀ ਹੋਈ ਹੈ, ਤੇ ਉਹਨੂੰ ਬੈਕਫੁੱਟ 'ਤੇ ਵੀ ਜਾਣਾ ਪਿਆ, ਤੇ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਗਈ ਹੈ, ਕੇਵਲ ਤੇ ਕੇਵਲ ਹਿੰਦੁਸਤਾਨ 'ਚ ਨਹੀਂ, ਇੰਟਰਨੈਸ਼ਨਲ ਮੀਡੀਆ ਨੇ ਵੀ ਇਹ ਗੱਲ ਲਗਾਈ ਹੈ, ਤੇ ਸਰਕਾਰ ਨੂੰ ਬਦਨਾਮੀ ਹੋਈ ਹੈ। ਸਾਡੇ ਦੇਸ਼ ਦੀ ਵੀ ਇਸ ਸਰਕਾਰ ਦੀਆਂ ਨਲਾਇਕੀਆਂ ਦੇ ਕਾਰਨ ਬਦਨਾਮੀ ਹੋਈ ਹੈ। ਜਿੱਥੋਂ ਤੱਕ ਆਉਣ ਵਾਲੀ ਜਿਹੜੀ ਸਾਡੀ ਹੈਗੀ ਸੰਸਦ ਦੇ ਘਿਰਾਓ ਦੀ ਗੱਲ, ਉਸ ਦੇ ਵਿੱਚ ਪੂਰੀ ਤਰ੍ਹਾਂ ਅਸੀਂ ਉਹ ਆਪਦੇ ਮਤਲਬ ਕਿ ਜਿਹੜਾ ਕੇਡਰ ਹੈ ਉਹਨੂੰ ਅਨੁਸ਼ਾਸਿਤ ਕਰਾਂਗੇ, ਤੇ ਸਾਰੇ ਜਿਹੜੇ ਸਾਡੇ ਭਾਵੇਂ ਚਾਹੇ ਉਹ ਬਜ਼ੁਰਗ ਹੈ, ਨੌਜਵਾਨ ਹੈ, ਉਹ ਜਥੇਬੰਦੀਆਂ ਦੇ ਮੈਂਬਰ ਹੈ, ਜਾਂ ਬਾਹਰ ਵਾਲੇ ਲੋਕ ਆ ਰਹੇ ਹੈ, ਅਸੀਂ ਉਹਨਾਂ ਨੂੰ ਹੁਣ ਤੱਕ ਵੀ ਮਤਲਬ ਕਿ ਜਿਹੜਾ ਸਾਡਾ ਰੋਲ ਰਿਹਾ 26 ਜਨਵਰੀ ਤੋਂ ਹੁਣ ਤੱਕ ਦਾ, ਅਸੀਂ ਆਪਣੀਆਂ ਵੱਖ-ਵੱਖ ਕਾਨਫਰੰਸਾਂ ਰਾਹੀਂ ਤੇ ਵੱਖ-ਵੱਖ ਮੀਟਿੰਗਾਂ ਰਾਹੀਂ ਥੱਲੇ ਗੱਲ ਲਿਜਾਣ 'ਚ ਕਾਮਯਾਬ ਰਹੇ ਹਾਂ ਵੀ ਜਿਹੜਾ ਅੰਦੋਲਨ ਹੈ, ਅਸੀਂ ਇਸ ਅੰਦੋਲਨ ਨੂੰ ਜੇਕਰ ਸ਼ਾਂਤੀਪੂਰਨ ਰੱਖਦੇ ਹਾਂ ਤਾਂ ਹੀ ਅਸੀਂ ਜਿੱਤ ਸਕਦੇ ਹਾਂ। ਤੇ ਜਿੱਤ ਇਸ ਗੱਲ ਨੂੰ ਸਾਡੇ ਜਨ ਆਵਾਮ ਨੇ ਸਮਝਿਆ ਹੋਇਆ, ਤਾਂ ਕਿ ਨਹੀਂ ਤਾਂ ਇੰਨਾ ਲੰਬੇ ਅੰਦੋਲਨ ਦੇ ਵਿੱਚ
ਕੇਵਲ ਉਹ ਚਲੋ ਉਹ ਤਾਂ 26 ਨੂੰ ਤਾਂ ਆਪਾਂ ਲੈ ਕੇ ਗਏ ਮੰਨ ਲੈਂਦੇ ਹਾਂ। ਵੈਸੇ ਵੀ ਅੰਦੋਲਨ ਦੇ ਵਿੱਚ ਲੋਕ ਸ਼ਾਂਤੀਪੂਰਵਕ ਬੈਠੇ ਹੋਏ ਆ ਤੇ ਇਦੋਂ ਪਹਿਲਾਂ ਕਦੇ ਕਿਸੇ ਅੰਦੋਲਨ 'ਚ ਆਪਣੇ ਦੇਸ਼ 'ਚ ਜਾਂ ਬਾਹਰ ਵੀ ਕਿਤੇ ਐਡੇ ਵੱਡੇ ਅੰਦੋਲਨ 'ਚ ਨਹੀਂ ਹੋਇਆ ਵੀ ਇੰਨਾ ਲੰਬਾ ਸਮਾਂ ਲੋਕ ਬੈਠੇ ਰਹਿਣ। ਜੇ ਉਹਨਾਂ ਦੀ ਕੋਈ ਸਮਝ ਬਣੀ ਹੈ ਵੀ ਉਹ ਸਮਝ ਦੇ ਨਾਲ ਬੈਠੇ ਆ, ਉਹਨਾਂ ਨੂੰ ਪਤਾ ਹੈ ਵੀ ਇਸ ਤਰੀਕੇ ਨਾਲ ਅਸੀਂ ਸਰਕਾਰ ਨੂੰ ਜਿੱਤ ਸਕਦੇ ਹਾਂ, ਤਾਂ ਉਹ ਤਾਂ ਹੀ ਬੈਠੇ ਹੋਏ ਆ। ਉਹ ਜਥੇਬੰਦੀਆਂ ਵੀ ਸਮਝਾ ਰਹੀਆਂ, ਬਹੁਤ ਸਾਰੇ ਸਿਆਣੇ ਸਾਡੇ ਜਿੰਨੇ ਮੰਨ ਲਓ ਮੀਡੀਆ ਵਾਲੇ ਲੋਕ ਹੈ ਜਾਂ ਸਾਡੇ ਵਿਦਵਾਨ ਹੈ, ਕੋਈ ਅਰਥ ਸ਼ਾਸਤਰੀ ਹੈ, ਜਿਹੜੇ ਇਸ ਅੰਦੋਲਨ ਦੇ ਹਿੱਤੂ ਨੇ, ਚਿੰਤਕ ਨੇ, ਉਹ ਸਮਝਾ ਰਹੇ ਹੈ। ਹਾਂ, ਛਿੱਟ-ਪੁੱਟ ਲੋਕ ਉਹ ਹੈਗੇ ਨੇ, ਹਲੇ ਵੀ ਕੋਸ਼ਿਸ਼ ਕਰ ਰਹੇ ਨੇ ਵੀ ਉਹ ਆਪਣੇ ਏਜੰਡੇ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਮੈਂ ਇਸ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਵੀ ਉਹ ਜਿਹੜੇ ਲੋਕ ਕਿਸੇ ਤਰ੍ਹਾਂ ਦੀ ਕੋਈ ਵਿਚਾਰਧਾਰਾ ਦੇ ਹੋਣ, ਚਾਹੇ ਕੋਈ ਇਸ 'ਚੋਂ ਇਨਕਲਾਬ ਕੱਢਣਾ ਚਾਹੁੰਦਾ ਹੋਵੇ ਇਹ ਖੇਤੀ ਬਿੱਲਾਂ ਦੇ ਅੰਦੋਲਨ ਦੇ ਵਿੱਚੋਂ, ਚਾਹੇ ਕੋਈ ਖਾਲਿਸਤਾਨ ਕੱਢਣਾ ਚਾਹੁੰਦਾ ਹੋਵੇ, ਤੇ ਉਹਨਾਂ ਨੂੰ ਅਸੀਂ ਮਤਲਬ ਕਿ ਚੇਤਾਵਨੀ ਵੀ ਮੈਂ ਦਿੰਦਾ ਅਤੇ ਗੱਲ ਵੀ ਕਹਿਣੀ ਚਾਹੁੰਦਾ ਅਤੇ ਲੋਕਾਂ ਨੂੰ ਵੀ ਕਹਿਣੀ ਚਾਹੁੰਦਾ ਵੀ ਉਹਨਾਂ ਦੀ ਗੱਲ ਨਾ ਸੁਣੀ ਜਾਵੇ। ਅਤੇ ਜੇਕਰ ਉਹ ਚਾਹੁੰਦੇ ਆ, ਉਹ ਕੋਈ ਵੀ ਮੰਗ, ਡੈਮੋਕ੍ਰੇਟਿਕ ਦੇਸ਼ ਆ ਸਾਡਾ, ਰਾਈਟ ਹੈ ਉਹਨਾਂ ਦੇ ਕਿਸੇ ਦਾ ਵੀ ਮੰਗ ਕਰਨ ਦਾ, ਪਰ ਉਹ ਲੋਕਾਂ ਨੂੰ ਆਪਦੇ ਮੁੱਦਿਆਂ 'ਤੇ ਲਾਮਬੰਦ ਕਰ ਲੈਣ, ਪੂਰੇ ਦੇਸ਼ 'ਚ ਜਾਣ, ਚਾਹੇ ਕੋਈ ਕੁਛ ਵੀ ਚਾਹੁੰਦਾ ਅਤੇ ਉੱਥੇ ਆਪਦੇ ਅੰਦੋਲਨ ਕਰ ਲੈਣ। ਇਹ ਟੋਟਲੀ ਕਿਸਾਨਾਂ ਦੀਆਂ ਅਤੇ ਆਮ ਲੋਕਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਅੰਦੋਲਨ ਹੋ ਰਿਹਾ ਅਤੇ ਸੰਯੁਕਤ ਮੋਰਚੇ ਵੱਲੋਂ ਇਸ ਤਰ੍ਹਾਂ ਦਾ ਕੋਈ ਉਹਦਾ ਏਜੰਡਾ ਨਹੀਂ ਵੀ ਅਸੀਂ ਅੰਦੋਲਨ ਨੂੰ ਗਲਤ ਕਰਾਹੇ ਲੈ ਕੇ ਜਾਈਏ, ਉਹਦੀ ਸ਼ਾਂਤੀ ਭੰਗ ਹੋਵੇ। ਕਰਨ ਜੀ ਕਿੱਦਾਂ ਮੈਨੇਜ ਕਰੋਗੇ? ਮੇਰੀ ਉਹੀ ਹੈ ਕਿ ਸਵਾਲ ਕਿ ਜਿਹੜਾ ਕਿ ਹੁਣ ਵੱਡੀ ਸੰਖਿਆ ਦੇ ਵਿੱਚ ਪੁਲਿਸ ਫੋਰਸ ਤੈਨਾਤ ਆ, ਬੈਰੀਕੇਡਿੰਗ ਕੀਤੀ ਗਈ ਹੈ ਕਿ ਰਾਹ ਤੁਹਾਨੂੰ ਲੱਗਦਾ ਸੌਖਾ ਦੇ ਦੇਣਗੇ ਪੁਲਿਸ ਇਸ ਤਰੀਕੇ ਨਾਲ ਲੰਘਣ ਲਈ? ਦੇਖੋ, ਅਸੀਂ ਸ਼ਾਂਤੀਪੂਰਨ ਰਹਿਣਾ, ਸਾਡੀ ਪਹਿਲੀ ਗੱਲ ਹੈ ਇਹ। ਜੇ ਰੋਕਿਆ ਜਾਂਦਾ ਤਾਂ ਫਿਰ ਕਿਵੇਂ ਕਰੋਗੇ? ਅਤੇ ਅਸੀਂ ਉਸ ਤੋਂ ਪਹਿਲਾਂ ਸਰਕਾਰ ਦੇ ਨੂੰ ਕਵਾਂਗੇ ਵੀ ਸਾਨੂੰ ਪ੍ਰੋਪਰ ਉਹ ਰਸਤਾ ਦੇਵੇ, ਜਿਵੇਂ ਕਿ ਸਰਕਾਰ ਪਹਿਲਾਂ ਵੀ ਸਾਨੂੰ ਰੋਕ ਰਹੀ ਸੀ ਅਤੇ ਉਸ ਨੇ ਮਤਲਬ ਕਿ ਰਸਤਾ ਸਾਨੂੰ ਦਿੱਤਾ ਸੀਗਾ। ਅਤੇ ਇਸ ਦੇ ਵਾਸਤੇ ਵੀ ਅਸੀਂ ਮਤਲਬ ਕਿ ਕਵਾਂਗੇ ਸਰਕਾਰ ਨੂੰ ਵੀ ਸਾਨੂੰ ਰਸਤਾ ਦੇਵੇ, ਕਿਉਂਕਿ ਅਸੀਂ ਸ਼ਾਂਤੀਪੂਰਨ ਕਰਨਾ ਚਾਹੁੰਦੇ ਹਾਂ। ਪਹਿਲਾਂ ਵੀ ਪਾਰਲੀਮੈਂਟ ਵੱਲ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ, ਜਥੇਬੰਦੀਆਂ ਮਾਰਚ ਕਰਦੀਆਂ ਰਹੀਆਂ ਅਤੇ ਇਹ ਕੋਈ ਉਹੋ ਜਿਹੀ ਗੱਲ ਨਹੀਂ ਵੀ ਇਸ ਦੇਸ਼ ਦੇ ਲੋਕ, ਮੈਂ ਸਮਝਦਾ ਵੀ ਜਿਹੜੇ ਅੰਦੋਲਨ ਕਰ ਰਹੇ ਆ ਉਹ ਬਹੁਤ ਸਿਆਣੇ ਲੋਕ ਹੈ ਅਤੇ ਇਹ ਕੋਈ ਅਮਰੀਕਾ ਨਹੀਂ ਵੀ ਲੋਕ ਅੰਦੋਲਨ ਪਾਰਲੀਮੈਂਟ ਦੇ ਵਿੱਚ ਜਾ ਕੇ ਉੱਥੇ ਭੰਨ ਤੋੜ ਕਰਨ ਜਾਂ ਕਬਜ਼ਾ ਕਰਨ। ਅਤੇ ਇਹਦੇ ਵਾਸਤੇ ਸਾਡੇ ਰਾਜਨੀਤੀ ਨੇਤਾ ਹੀ ਕਾਫੀ ਹੈ ਵੀ ਉਹ ਪਾਰਲੀਮੈਂਟਾਂ ਦੇ ਅੰਦਰ ਜਾਂ ਵਿਧਾਨ ਸਭਾਵਾਂ ਦੇ ਵਿੱਚ ਵੀ ਉਹ ਇੱਕ ਦੂਜੇ ਨੂੰ ਕੁਰਸੀਆਂ ਵੀ ਮਾਰਨ ਲੱਗ ਜਾਂਦੇ ਆ, ਬੜਾ ਮਤਲਬ ਕਿ, ਪਰ ਲੋਕ ਨਹੀਂ ਇਹ ਕਰਨਗੇ। ਪ੍ਰਧਾਨ ਜੀ, ਮੈਨੂੰ ਤਾਂ ਇੱਦਾਂ ਹੈ ਕਿ ਵੀ ਜੇ ਕੋਈ ਉੱਥੇ ਪੁਲਿਸ ਵੱਲੋਂ ਰੋਕਿਆ ਜਾਂਦਾ ਹੈ ਅਤੇ ਫਿਰ ਤੁਸੀਂ ਕਹਿੰਦੇ ਹੋ ਸ਼ਾਂਤਮਈ ਤਰੀਕੇ ਦੇ ਨਾਲ ਉੱਥੇ ਰਹਿਣਾ ਹੈ, ਅਤੇ ਫਿਰ ਜੇ ਪੁਲਿਸ ਵੱਲੋਂ ਉੱਥੇ ਰੋਕ ਦਿੱਤਾ ਜਾਂਦਾ, ਬੈਰੀਕੇਡਿੰਗ ਲਗਾ ਦਿੱਤੀ ਜਾਂਦੀ, ਫਿਰ ਸ਼ਾਂਤਮਈ ਤਰੀਕੇ ਨਾਲ ਕਿਸ ਤਰ੍ਹਾਂ ਰਹੇਗਾ ਉਹ? ਤੁਸੀਂ ਵੀ ਕਹਿੰਦੇ ਹੋ ਪਾਰਲੀਮੈਂਟ ਤੱਕ ਜਾਣਾਗਾ, ਫਿਰ ਪਾਰਲੀਮੈਂਟ ਕਿੱਦਾਂ ਪਹੁੰਚੋਗੇ? ਦੇਖੋ, ਇਹ ਸਾਡੀ ਰਣਨੀਤੀ ਦਾ ਹਿੱਸਾ ਹੈ ਵੀ ਜਿਵੇਂ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਤੈਅ ਹੋਣੀ ਹੈ। ਹਜੇ ਅਸੀਂ ਮਾਰਚ ਦਾ ਐਲਾਨ ਕੀਤਾ, ਰਣਨੀਤੀ ਨਹੀਂ, ਉੱਥੇ ਮਿਲ ਬੈਠ ਕੇ ਅਸੀਂ ਰਣਨੀਤੀ ਬਣਾਵਾਂਗੇ। ਅਤੇ ਅਸੀਂ ਹੁਣ ਜਿਵੇਂ ਕਿ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਵੀ ਤੁਸੀਂ ਤਾਂ ਐਲਾਨ ਹੀ ਨਹੀਂ ਕੀਤਾ ਸੀਗਾ ਵੀ ਅਸੀਂ ਬੈਰੀਗੇਡ ਤੋੜਨੇ ਆ ਜਦੋਂ ਆਪਾਂ 26 ਨਵੰਬਰ ਨੂੰ ਦਿੱਲੀ ਵੱਲ ਗਏ ਹਾਂ। ਇਹੋ ਜਿਹੀ ਕੋਈ ਗੱਲ ਨਹੀਂ, ਜਥੇਬੰਦੀਆਂ ਦੇ ਵਿੱਚ ਇੱਕ ਸਮਝਦਾਰੀ ਸੀ। ਸੰਯੁਕਤ ਮੋਰਚੇ ਦੀ ਪੰਜਾਬ ਦੀਆਂ 32 ਜਥੇਬੰਦੀਆਂ ਜਦੋਂ ਦਿੱਲੀ ਵੱਲ ਐਲਾਨ ਕੀਤਾ ਸੀ, ਇਹ ਜਾ ਰਹੀਆਂ ਸੀ, ਤਾਂ ਕੋਈ ਵੀ ਆਪਾਂ ਕਿਸੇ ਵੀ, ਚਾਹੇ ਉਹ ਕੋਈ ਦੇਸ਼ ਹੀ ਕਿਸੇ 'ਤੇ ਹਮਲਾ ਕਿਉਂ ਨਾ ਕਰਦਾ ਹੋਵੇ, ਫੌਜ ਕੋਈ ਅੱਗੇ ਵੱਧਦੀ ਹੈ, ਉਸ ਨੂੰ ਆਪਦੀ ਸ਼ਕਤੀ ਦਾ ਅੰਦਾਜ਼ਾ ਤਾਂ ਲਾਉਣਾ ਹੀ ਪੈਂਦਾ ਨਾ ਵੀ ਕੀ ਉਹ ਜਿਹੜੇ ਹੁਣ ਮੰਨ ਲਓ ਵੀ ਬਹੁਤ ਸਾਰੇ ਪ੍ਰਾਪੇਗੰਡਾ ਚਲਾ ਰਹੇ ਆ ਲੋਕ ਵੀ ਇਹਨਾਂ ਦਾ ਤਾਂ ਕੋਈ ਪ੍ਰੋਗਰਾਮ ਨਹੀਂ ਸੀ ਅਤੇ ਨੌਜਵਾਨਾਂ ਨੇ ਨਾਕੇ ਤੋੜਤੇ, ਅਤੇ ਅਸੀਂ ਦੱਸੋ ਵੀ ਕਿੱਥੇ ਰੋਕਿਆ ਸੀ ਨਾਕੇ ਤੋੜਨ ਤੋਂ? ਅਸੀਂ ਨੌਜਵਾਨਾਂ ਨੂੰ ਕੀ, ਕਿਉਂਕਿ ਉਹ ਸ਼ਾਂਤੀਪੂਰਨ ਹੀ ਹੋ ਰਿਹਾ ਸੀ ਸਭ ਕੁਛ, ਕਿਸੇ ਨੂੰ ਮਾਰਿਆ ਤਾਂ ਨਹੀਂ ਜਾ ਰਿਹਾ ਸੀ, ਕੋਈ ਪੁਲਿਸ ਮੁਲਾਜ਼ਮ 'ਤੇ ਕੋਈ ਹਮਲਾ ਨਹੀਂ ਹੋ ਰਿਹਾ ਸੀ ਜਾਂ ਕੋਈ ਉਹੋ ਜਿਹੀ ਭੰਨ ਤੋੜ ਨਹੀਂ ਹੋ ਰਹੀ ਸੀ। ਅਤੇ ਇਸੇ ਗੱਲ ਕਰਕੇ ਦਿੱਲੀ ਦੇ ਬੜੇ ਰਾਹ ਨੇ, ਅਸੀਂ ਉਸ ਤਰੀਕੇ ਦੀ ਰਣਨੀਤੀ ਬਣਾਵਾਂਗੇ ਵੀ ਅਸੀਂ ਪਾਰਲੀਮੈਂਟ ਤੱਕ ਪਹੁੰਚ ਗਏ। ਬਲਕਰਨ ਜੀ, ਹੁਣ ਕੈਪਟਨ ਸਰਕਾਰ ਨੇ ਵੀ ਕਿਸਾਨਾਂ ਦਾ ਹਮਾਇਤੀ ਬਣ ਕੇ ਕਹਿੰਦੇ ਨੇ ਕਿ ਵੀ ਜਿਹੜੀ ਕਿਸਾਨਾਂ ਦੀ ਸਿੱਧੀ ਖਰੀਦ ਹੋਣੀ ਹੈਗੀ, ਇਸ ਨੂੰ ਲੈ ਕੇ ਅਸੀਂ ਵਿਦਰੋਹ ਕਰਾਂਗੇ, ਮੋਰਚਾ ਖੋਲ੍ਹ ਦਿੱਤਾ ਉਹਨਾਂ ਨੇ। ਦੇਰ ਆਏ ਦਰੁਸਤ ਆਏ। ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀ ਕਾਂਗਰਸ ਸਰਕਾਰ ਹੈ ਜਾਂ ਕਿਸੇ ਵੀ ਰਾਜਨੀਤਿਕ ਪਾਰਟੀਆਂ ਨੇ ਦੂਜੀਆਂ, ਉਹ ਸਾਰੀਆਂ ਹੀ ਇਸ ਅੰਦੋਲਨ ਦਾ ਹਮਾਇਤੀ ਹੋਣ ਦਾ ਮਤਲਬ ਕਿ ਦਾਅਵਾ ਕਰਦੀਆਂ ਅਤੇ ਉਹ ਭਰਮ ਭਾਲ ਰਹੀਆਂ ਨੇ। ਪਰ ਮੈਂ ਇੱਕ ਗੱਲ ਇਹ ਕਹਿਣੀ ਚਾਹੁੰਦਾ ਵੀ ਜਿਹੜੇ ਇਹ ਖੇਤੀ ਬਿੱਲ ਜਿਨ੍ਹਾਂ ਨੀਤੀਆਂ ਦੇ ਨਾਲ ਲਿਆਂਦੇ ਗਏ, ਉਹ ਨੀਤੀਆਂ WTO ਅਤੇ ਗੈਟ ਸਮਝੌਤੇ ਦੇ ਮਤਲਬ ਕਿ ਦੁਆਰਾ ਲਾਗੂ ਕੀਤੀਆਂ ਜਾ ਰਹੀਆਂ ਸਾਡੇ ਦੇਸ਼ ਦੇ ਵਿੱਚ, ਅਤੇ ਉਹਨਾਂ ਨੂੰ ਕਾਂਗਰਸ ਦਾ ਵੀ ਵੱਡਾ ਰੋਲ ਰਿਹਾ ਹੋਣ ਦਾ। ਅਤੇ ਜਿਹੜੇ ਇਹ ਸਾਡੇ ਜਨਤਕ ਅਦਾਰੇ ਨੇ, ਚਾਹੇ ਉਹ FCI ਹੈ, ਚਾਹੇ ਰੇਲਵੇ ਜਾਂ ਜੋ ਵੀ ਹੈ, ਉਹਨਾਂ ਨੂੰ ਖਤਮ ਕਰਨ ਦਾ ਯਤਨ ਪਿਛਲੇ ਸਮਿਆਂ 'ਚ ਵੀ ਕੀਤਾ ਗਿਆ
ਤੇ ਬੀਜੇਪੀ ਨੇ ਤਾਂ ਹਨੇਰੀ ਲਿਆਤੀ ਇਹਨਾਂ ਨੂੰ ਵੇਚਣ ਦੀ ਜਾਂ ਖਤਮ ਕਰਨ ਦੀ। ਇਸ ਗੱਲ ਕਰਕੇ ਵੀ ਚੰਗੀ ਗੱਲ ਆ ਉਹ ਵਿਰੋਧ ਕਰਦੇ ਆ। ਉਹਦੇ ਨਾਲ ਨਾਲ ਮੈਂ ਇਹ ਵੀ ਉਹਨਾਂ ਨੂੰ ਰਾਏ ਦੇਣੀ ਚਾਹੂੰਗਾ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ, ਵੀ ਉਹ ਇਕੱਲਾ ਇਹ FCI ਦੇ ਜਿਹੜੇ ਮੰਨ ਲਓ ਰੂਲਿੰਗ ਹੈ, ਜਿਹੜੇ ਉਹ ਰੂਲ ਅਪਣਾ ਰਹੀ ਹੈ ਵੀ ਅਸੀਂ ਕਣਕ ਦੇ ਮੰਨ ਲਓ ਕਿ ਮਾਪਦੰਡਾਂ ਨੂੰ ਲੈ ਕੇ ਜਾਂ ਪੇਮੈਂਟਾਂ ਨੂੰ ਲੈ ਕੇ ਇਕੱਲੇ ਉਹ ਮਾਈਨਰ ਵਿਰੋਧ ਨਾ ਕਰਨ। ਅਤੇ ਮੈਂ ਤਾਂ ਉਹਨਾਂ ਨੂੰ ਸੁਜੈਸਟ ਕਰਨਾ ਚਾਹੁੰਦਾ ਹੈ ਵੀ ਜਿਹੜੀ ਇਹ ਟੋਟਲ ਪਾਲਿਸੀ ਹੈ, ਟੋਟਲ ਪਾਲਿਸੀ ਦਾ ਵਿਰੋਧ ਕਰਨ, ਵੀ ਬਿੱਲਾਂ ਦਾ ਉਹ ਬਿੱਲ ਨਹੀਂ ਲਾਗੂ ਹੋਣ ਦੇਣੇ। ਅਤੇ ਪਹਿਲਾਂ ਉਹਨਾਂ ਨੇ ਕੋਈ ਸਮਾਂ ਰਹਿੰਦਿਆਂ ਇਹ ਰੋਲ ਨਹੀਂ ਨਿਭਾਇਆ, ਉਹਨਾਂ ਨੂੰ ਰੋਲ ਨਿਭਾਉਣਾ ਚਾਹੀਦਾ ਸੀ। ਆਮ ਪਾਰਟੀ ਹੈ ਜਿਹੜੀ ਦੂਜੇ ਪਾਸੇ, ਉਹਨਾਂ ਨੇ ਕੋਈ ਰੋਲ ਨਹੀਂ ਨਿਭਾਇਆ। ਕਦੇ ਉਹ ਬਿੱਲ ਫਾੜਦੇ ਹੋਏ ਦਿੱਲੀ ਵਿਧਾਨ ਸਭਾ 'ਚ ਨਜ਼ਰ ਆਉਂਦੇ ਹੈ ਅਤੇ ਕਦੇ ਉਹ ਇਹਨਾਂ ਦੀ ਹਮਾਇਤ ਕਰਦੇ ਨਜ਼ਰ ਆਉਂਦੇ ਹੈ। ਕੇਜਰੀਵਾਲ ਦੀਆਂ ਇੰਟਰਵਿਊਆਂ ਚੱਕੋ ਤੁਸੀਂ ਬੜੀਆਂ ਪਈਆਂ, ਜਿਹਦੇ 'ਚ ਉਹਨੇ ਕਿਹਾ ਵੀ ਇਹ ਤਾਂ ਬਿੱਲ ਹੀ ਬਹੁਤ ਚੰਗੇ ਹੈ। ਇਸ ਗੱਲ ਕਰਕੇ ਮੈਂ ਸਪਸ਼ਟ ਕਹਿਣਾ ਚਾਹੁੰਦਾ ਇਹਨਾਂ ਪਾਰਟੀਆਂ ਨੂੰ ਵੀ ਉਹ ਇੱਕ ਨਾ ਮਤਲਬ ਕਿ ਵਿਖਾਵਾ ਜਾਂ ਨਾ ਕਰਨ ਵੀ ਕਿਸਾਨ ਹਮੈਤੀ ਹੋਣ ਦਾ, ਕਿਉਂਕਿ ਅੱਜ ਦੇਸ਼ ਦਾ ਕਿਸਾਨ ਹੈ, ਜਿਹੜਾ ਮਜ਼ਦੂਰ ਹੈ ਜਾਂ ਮੁਲਾਜ਼ਮ ਜਾਂ ਸਾਡਾ ਵਪਾਰੀ ਭਾਈਚਾਰਾ, ਆੜ੍ਹਤੀਆ ਖਾਸ ਕਰਕੇ ਮੰਡੀ ਦਾ, ਉਹ ਬੜਾ ਜਾਗਰੂਕ ਹੋ ਚੁੱਕਿਆ। ਇਹ ਅੱਖਾਂ ਪੂੰਝਣ ਵਾਲੀਆਂ ਕਾਰਵਾਈਆਂ ਨਾਲ ਉਹਨਾਂ ਦੀ ਵੋਟ ਤੁਹਾਨੂੰ ਨਹੀਂ ਮਿਲਣੀ। ਮੈਂ ਸਪਸ਼ਟ ਕਹਿਣਾ, ਤੁਹਾਨੂੰ ਠੋਸ ਤਰੀਕੇ ਦੇ ਨਾਲ ਤੁਸੀਂ ਅੱਜ ਐਲਾਨ ਕਰੋ ਵੀ ਅਸੀਂ ਇਹ ਸਮੁੱਚੀਆਂ ਪਾਲਿਸੀਆਂ ਦਾ ਵਿਰੋਧ ਕਰਦੇ ਹਾਂ, ਵੀ ਜਿਨ੍ਹਾਂ ਪਾਲਿਸੀਆਂ ਦੇ ਤਹਿਤ ਚਾਹੇ ਤਾਂ ਉਹ ਕਿਰਤ ਕਾਨੂੰਨ ਖਤਮ ਕੀਤੇ ਜਾ ਰਹੇ ਨੇ, ਮੁਲਾਜ਼ਮਾਂ ਦੇ ਉੱਪਰ ਕੁਹਾੜਾ ਚਲਾਇਆ ਜਾ ਰਿਹਾ ਹੈ, ਕਿਸਾਨੀ ਨੂੰ ਅਤੇ ਖੇਤੀ ਨੂੰ, ਸਮੁੱਚੇ ਜਲ ਜੰਗਲ ਜ਼ਮੀਨ ਨੂੰ ਵੇਚਣ ਦੀਆਂ ਤਿਆਰੀਆਂ ਹੋ ਰਹੀਆਂ, ਚਾਹੇ ਰੇਲਵੇ ਵਿੱਚ ਹੀ। ਮੈਂ ਇਹ ਕਹਿਣਾ ਚਾਹੁੰਦਾ ਅਤੇ ਫਿਰ ਇਹਨਾਂ ਦਾ ਵਿਰੋਧ ਹੈ ਜਿਹੜਾ ਸਾਨੂੰ ਨਜ਼ਰ ਆਊਗਾ, ਅਤੇ ਵਰਨਾ ਤਾਂ ਫਿਰ ਇਹ ਮਤਲਬ ਕਿ ਐਵੇਂ ਅੱਖਾਂ ਪੂੰਝਣ ਵਾਲੀ ਕਾਰਵਾਈ ਰਹਿ ਜਾਊਗੀ। ਕੋਰਟ ਦੇ ਵਿੱਚ ਜਿਹੜੀ ਘਟਨਾ ਵਾਪਰੀ, ਜੋ ਬੀਜੇਪੀ ਵਿਧਾਇਕ ਦੇ ਉੱਤੇ ਹਮਲਾ ਹੋਇਆਗਾ, ਅਤੇ ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਨੇ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੀ ਪੁਸ਼ਟੀ ਕਰ ਦਿੱਤੀ ਕਿ ਉਹਦੇ ਵਿੱਚ ਸਾਡਾ ਕੋਈ ਕਿਰਦਾਰ ਨਹੀਂ। ਉਹ ਅਤ ਨਿੰਦਾਜਨਕ ਘਟਨਾ ਹੈ, ਅਤੇ ਸਾਡੀ ਸੰਯੁਕਤ ਮੋਰਚੇ ਦੀ ਰਣਨੀਤੀ ਦੇ ਅਨੁਸਾਰ ਜਾਂ ਦੇਸ਼ ਦੇ ਡੈਮੋਕ੍ਰੇਟਿਕ ਸਿਸਟਮ ਦੇ ਵਿੱਚ ਜਿਹੜੇ ਤਰੀਕੇ ਨਾਲ ਅਸੀਂ ਅੰਦੋਲਨ ਕਰ ਰਹੇ ਹਾਂ ਸ਼ਾਂਤੀਪੂਰਨ, ਐਡੇ ਵੱਡੇ ਲੋਕਾਂ ਨੂੰ ਲੈ ਕੇ, ਅਤੇ ਉਹਦੇ ਵਿੱਚ ਹਿੰਸਾ ਦੀ ਕੋਈ ਥਾਂ ਨਹੀਂ ਗੀ ਇੱਕ ਗੱਲ। ਪਰ ਆਮ ਲੋਕ ਹੈ ਜਿਹੜੇ ਕਿਸਾਨ ਹੈ, ਉਹਨਾਂ ਨੂੰ ਜਦੋਂ ਵੀ ਉਹ ਕਿਤੇ ਇਕੱਠੇ ਹੁੰਦੇ ਨੇ ਇਸ ਤਰ੍ਹਾਂ ਦੀ ਮਤਲਬ ਕਿ ਮੁਜ਼ਾਹਰਾ ਕਰਦੇ ਨੇ, ਅਤੇ ਜਿਵੇਂ ਕਿ ਹੁਣ ਲਗਾਤਾਰ ਸਰਕਾਰ ਸਾਨੂੰ ਅਣਦੇਖਾ ਕਰ ਰਹੀ ਹੈ ਪਿਛਲੇ 8-10 ਮਹੀਨਿਆਂ ਤੋਂ, 4 ਮਹੀਨੇ ਤਾਂ ਦਿੱਲੀ 'ਚ ਬੈਠਿਆਂ ਨੂੰ ਹੋ ਗਏ। ਉਹ ਅਣਦੇਖੀ ਦਾ ਇੱਕ ਤਾਂ ਅਣਦੇਖੀ, ਦੂਜੀ ਬੀਜੇਪੀ ਦੇ ਜਿਹੜੇ ਲੋਕਲ ਲੀਡਰ ਨੇ ਉਹਨਾਂ ਦੀ ਬੇਤੁਕੀ ਬਿਆਨਬਾਜ਼ੀ ਇਹਨਾਂ ਘਟਨਾਵਾਂ ਦੀ ਸਪਸ਼ਟ ਤੌਰ 'ਤੇ ਜ਼ਿੰਮੇਵਾਰ ਹੈ। ਵੀ ਕਿਸੇ ਨੂੰ ਉਕਸਾਉਣਾ, ਕਿਸੇ ਨੂੰ ਭੜਕਾਉਣਾ, ਇੱਕ ਆਮ ਆਦਮੀ ਹੈ ਉਹਦੀ ਮਤਲਬ ਕਿ ਇੰਨੀ ਮਤਲਬ ਕਿ ਰੈਜ਼ਿਸਟੈਂਸ ਪਾਵਰ ਨਹੀਂ ਹੁੰਦੀ ਵੀ ਉਹ ਮਤਲਬ ਕਿ ਸਹਿ ਲੇ ਸਾਰੀਆਂ ਗੱਲਾਂ ਨੂੰ। ਉਹ ਇੱਟ ਚੁੱਕਦੇ ਨੂੰ ਵੱਟਾ ਮਾਰਨ ਨੂੰ ਤਿਆਰ ਹੋ ਜਾਂਦਾ, ਅਤੇ ਉਹਨੂੰ ਨਹੀਂ ਪਤਾ ਹੁੰਦਾ ਵੀ ਸੰਵਿਧਾਨ ਦੀਆਂ ਕੁਛ ਲਿਮੀਟੇਸ਼ਨਾਂ, ਅਸੀਂ ਹਿੰਸਾ ਨਹੀਂ ਕਰਨੀ ਗੀ। ਅਤੇ ਇਸ ਗੱਲ ਕਰਕੇ ਘਟਨਾ ਦੀ ਅਸੀਂ ਨਿੰਦਾ ਕਰਦੇ ਹਾਂ। ਉਹ ਮਾੜੀ ਘਟਨਾ ਹੋਈ ਹੈ, ਨਹੀਂ ਹੋਣੀ ਚਾਹੀਦੀ। ਅੰਦੋਲਨ 'ਚ ਹਿੰਸਾ ਦੀ ਕੋਈ ਥਾਂ ਨਹੀਂ, ਪਰ ਇਹਦੇ ਵਾਸਤੇ ਬੀਜੇਪੀ ਖੁਦ ਜ਼ਿੰਮੇਵਾਰ ਹੈ। ਉਹਨੂੰ ਆਪਦੇ ਜਿਹੜੇ ਗਰੇਵਾਲ ਵਰਗੇ ਜਾਂ ਕਈ ਇਹੋ ਜਿਹੇ ਲੀਡਰ ਹੈ, ਕਿਤੇ ਕੁਛ ਕਹਿ ਦਿੰਦੇ ਆ, ਕਿਤੇ ਉਹ ਕਹਿ ਦਿੰਦੇ ਆ ਵੀ ਇਹ ਤਾਂ ਸ਼ਰਾਬੀ ਗੁਆਬੀ ਲੋਕ ਬੈਠੇ ਆ ਉੱਥੇ, ਜਾਂ ਉਹਨਾਂ ਨੂੰ ਚੜਾਇਆ ਜਾ ਰਿਹਾ। ਮੇਰਾ ਕਹਿਣ ਦਾ ਮਤਲਬ ਵੀ ਬੇਤੁਕੀਆਂ ਗੱਲਾਂ ਕਰਕੇ, ਉਹ ਗੱਲਾਂ ਸਾਰੀਆਂ ਇਸ ਦੀਆਂ ਜ਼ਿੰਮੇਵਾਰੀ ਬਣਦੀ ਹੈ। ਬੀਜੇਪੀ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅੱਗੇ ਤੋਂ। ਜਿਹੜੇ ਵੀ ਇੱਕ ਪਾਸੇ ਹੁਣ ਦੇਖੋ ਕਿਸਾਨ ਹੈ ਜਿਹੜੇ, ਜਾਂ ਮਜ਼ਦੂਰ ਹੈ, ਜਾਂ ਮਤਲਬ ਕਿ ਸਾਡਾ ਹਮੈਤੀ ਵਰਗ ਨੇ ਜਿੰਨੇ ਵੀ ਸਾਰੇ ਸਮਾਜ ਦੇ, ਉਹ ਤਾਂ ਦਿੱਲੀ ਦੇ ਵਿੱਚ ਬੈਠੇ ਹੈ। ਉੱਥੇ ਇੰਨੀਆਂ ਬੁਰੀਆਂ ਹਾਲਤਾਂ ਦੇ ਵਿੱਚ, ਅਣਹੁਮਨ ਹਾਲਤਾਂ ਦੇ ਵਿੱਚ, ਉੱਥੇ ਮੱਛਰ ਹੈ, ਗਰਮੀ ਹੈ, ਲਾਈਟ ਚਲੀ ਜਾਂਦੀ ਹੈ, ਪਹਿਲਾਂ ਇੰਨੀ ਸਰਦੀ 'ਚ, ਬਾਰਿਸ਼ਾਂ ਦੇ ਵਿੱਚ, ਬਿਮਾਰੀਆਂ ਦੇ ਵਿੱਚ, ਮਤਲਬ ਕਿ ਲਗਾਤਾਰ ਅੰਦੋਲਨ ਚੱਲ ਰਿਹਾ ਹੈ। ਅਤੇ ਇਹਨਾਂ ਲੋਕਾਂ ਦੇ ਉੱਤੇ ਕੰਨ 'ਤੇ ਜੂੰ ਨਹੀਂ ਸਰਕ ਰਹੀ। ਇਹਨਾਂ ਨੂੰ ਆਪਦਾ ਪੋਲੀਟੀਕਲ ਗਰਾਊਂਡ ਬਣਾਉਣ ਦੇ ਵਾਸਤੇ ਇਹ ਕਿਤੇ ਉੱਥੇ ਪ੍ਰੈਸ ਕਾਨਫਰੰਸ ਕਰਨ ਤੁਰ ਪੈਂਦੇ ਹੈ, ਕਿਤੇ ਮਤਲਬ ਕਿ ਕੋਈ ਰੈਲੀ ਕਰਨ ਤੁਰ ਪੈਂਦੇ ਹੈ। ਇਹਨਾਂ ਨੂੰ ਕੋਈ ਸ਼ਰਮ ਹਯਾ ਨਾਂ ਦੀ ਚੀਜ਼ ਹੀ ਨਹੀਂ ਗੀ। ਅਤੇ ਜੇ ਤੁਹਾਡੀ ਗੱਲ ਠੀਕ ਹੈ ਕਿ ਵੀ ਲੋਕਾਂ ਦਾ ਗੁੱਸਾ ਹੈਗਾ ਗਾ, ਪਰ ਇਹ ਲੋਕ ਹੈ ਕੌਣ ਨੇ ਫਿਰ? ਇਹ ਜੇ ਬੀਜੇਪੀ ਸਰਕਾਰ ਕਹਿੰਦੀ ਹੈ ਕਿ ਵੀ ਇਹ ਕਾਂਗਰਸ ਦੇ ਬੰਦੇ ਨੇ, ਅਤੇ ਸਿਆਸੀ ਪਾਰਟੀ ਇੱਕ ਦੂਜੇ ਦੇ ਉੱਤੇ ਐਲੀਗੇਟ ਕਰ ਰਹੇ ਨੇ, ਕਿਸਾਨ ਜਥੇਬੰਦੀਆਂ ਕਹਿੰਦੇ ਸਾਡੇ ਵੀ ਸ਼ਖਸ ਨੇ, ਫਿਰ ਇਹ ਹੈ ਕੌਣ ਲੋਕ? ਦੇਖੋ, ਜਿਹੜੀਆਂ ਪੋਲੀਟੀਕਲ ਪਾਰਟੀਆਂ ਹੁੰਦੀਆਂ ਉਹ ਇਹੋ ਜਿਹੀਆਂ ਘਟਨਾਵਾਂ ਦਾ ਪੋਲੀਟੀਕਲ ਤੌਰ 'ਤੇ ਫਾਇਦਾ ਚੁੱਕਣ ਦਾ ਯਤਨ ਕਰਦੀਆਂ ਵੀ ਇਹਦਾ ਆਪਾਂ ਨੂੰ ਫਾਇਦਾ ਹੁੰਦਾ। ਜੇ ਤਾਂ ਮੰਨ ਲਓ ਵੀ ਇਸ ਘਟਨਾ ਨਾਲ ਉਹਨਾਂ ਦਾ ਵੋਟ ਬੈਂਕ ਵੱਧਦਾ ਹੋਵੇ, ਫਿਰ ਤਾਂ ਉਹ ਥਿੱਕ ਥਾਪੜ ਦੇਣਗੇ ਵੀ ਅਸੀਂ ਕੀਤਾ ਇਹ। ਅਤੇ ਜੇਕਰ ਉਹਨਾਂ ਨੂੰ ਲੱਗਿਆ ਵੀ ਸਾਨੂੰ ਲੋਸ ਹੋਊਗਾ, ਫਿਰ ਕਾਂਗਰਸ ਵਾਲੇ ਕਹਿਣਗੇ ਆਪ ਨੇ ਕੀਤਾ ਹੈ, ਆਪ ਵਾਲੇ ਕਹਿਣਗੇ ਅਕਾਲੀਆਂ ਨੇ ਕੀਤਾ, ਅਤੇ ਅਕਾਲੀ ਕਹਿਣਗੇ ਕਾਂਗਰਸ ਨੇ ਕੀਤਾ। ਉਹ ਸਾਰੇ ਹੀ ਇੱਕ ਦੂਜੇ 'ਤੇ ਝੋਲਾ ਮਾਰ ਕੇ ਇੱਕ ਦੂਜੇ 'ਤੇ ਦੋਸ਼ ਲਾਉਣਗੇ।
ਪਰ ਮੈਂ ਜਿੰਨਾ ਚਿਰ ਕੋਈ ਇਸ ਤਰ੍ਹਾਂ ਦੀ ਮਤਲਬ ਕਿ ਸ਼ਖਸ ਨਹੀਂ ਸਾਹਮਣੇ ਆਉਂਦਾ ਜਿਹਨੇ ਕੋਈ ਪਲਾਨ ਕੀਤਾ ਹੋਵੇ। ਪਿਛਲੇ ਦਿਨਾਂ 'ਚ ਬਹੁਤ ਸਾਰੀਆਂ ਵੀਡੀਓ ਇਹ ਚੱਲੀਆਂ, ਕੋਈ ਵੀ ਆਮ ਪਾਰਟੀ ਦਾ ਲੀਡਰ ਹੈ, ਜੇ ਉਹ ਹੈ, ਪਰ ਮੈਂ ਨਹੀਂ ਉਹ ਕਹਿਣਾ ਚਾਹੁੰਦਾ ਵੀ ਕਿਸੇ ਖਾਸ ਪਾਰਟੀ ਦਾ ਲੀਡਰ ਹੈ। ਤੇ ਉਹ ਮਤਲਬ ਕਿ ਇਹ ਲੋਕ ਇੱਕ ਦੂਜੇ ਤੋਂ ਵੋਟਾਂ ਲੈਣ ਦੀ ਖਾਤਰ ਕਰਦੇ ਨੇ, ਪਰ ਮੈਂ ਸਮੁੱਚੇ ਸਿਆਸਤ ਕਹਿ ਸਕਦੇ ਹਾਂ। ਸਿਆਸਤ ਹੈ ਇਹ। ਤੇ ਕੁੱਲ ਮਿਲਾ ਕੇ ਆਮ ਪਬਲਿਕ ਹਰ ਇੱਕ ਮਨ ਦੇ ਵਿੱਚ, ਤੁਸੀਂ ਕਿਸੇ ਵੀ ਇਨਸਾਨ ਨੂੰ ਪੁੱਛੋ, ਚਾਹੇ ਉਹ ਕਿਸਾਨ ਹੈ, ਮਜ਼ਦੂਰ ਹੈ, ਤੇ ਆਮ ਇਨਸਾਨ ਜਿਹਦਾ ਕੋਈ ਧਰਨੇ ਤੇ ਵੀ ਨਹੀਂ ਗਿਆ, ਉਹਦੇ ਮਨ ਦੇ ਵਿੱਚ ਇੰਨਾ ਰੋਸ ਤੇ ਗੁੱਸਾ ਹੈ ਬੀਜੇਪੀ ਪ੍ਰਤੀ। ਇਹ ਬੀਜੇਪੀ ਸਮਝ ਨਹੀਂ ਪਾ ਰਹੀ। ਬੀਜੇਪੀ ਨੂੰ ਸਮਝਣਾ ਚਾਹੀਦਾ ਹੈ ਵੀ ਜਿਹੜਾ ਸਮਾਜ ਹੈ ਉਹਨਾਂ ਉਸ ਦੇ ਵਿੱਚ ਸਾਡੇ ਪ੍ਰਤੀ ਕਿੰਨਾ ਗੁੱਸਾ ਹੈ। ਇਹਨਾਂ ਨੇ ਜਿਹੜਾ ਵੋਟਰ ਨੂੰ ਜਦੋਂ ਵੋਟ ਪਾਉਣ ਦਾ ਮੌਕਾ ਮਿਲਿਆ, ਉਹਨਾਂ ਨੇ ਵੋਟ ਰਾਹੀਂ ਆਪਦਾ ਗੁੱਸਾ ਕੱਢਿਆ ਤੇ ਲੋਕ ਅੰਦੋਲਨ ਕਰ ਰਹੇ ਆ, ਇਹ ਫਿਰ ਉਹਨਾਂ ਨੂੰ ਚਿੜਾ ਰਹੇ ਆ। ਤੇ ਇਹੋ ਜਿਹੀਆਂ ਘਟਨਾਵਾਂ ਮਤਲਬ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਨਾ ਵਾਪਰਨ। ਮੈਂ ਇਹਨਾਂ ਨੂੰ ਕਹਿੰਦਾ ਬਿਆਨਬਾਜ਼ੀ ਬੰਦ ਕਰਨੀ ਚਾਹੀਦੀ ਹੈ। ਆਪਦੀਆਂ ਸਰਕਾਰਾਂ ਨੂੰ ਹੁਣ MLA ਇੱਕ ਚੁਣਿਆ ਹੋਇਆ ਨੁਮਾਇੰਦਾ ਹੈ ਜਾਂ ਹੋਰ ਮਤਲਬ ਕਿ ਹੈਗੇ ਨੇ ਪੰਜਾਬ ਦੇ ਵੱਡੇ ਵੱਡੇ ਮਤਲਬ ਇਹਨਾਂ ਦੇ ਮੰਤਰੀ ਜਾਂ ਹੋਰ, ਤੇ ਕੀ ਉਹ ਮੰਗ ਨਹੀਂ ਕਰ ਸਕਦੇ ਕੇਂਦਰ ਸਰਕਾਰ ਤੋਂ? ਤੇ ਮੈਂ ਇੱਥੇ ਇੱਕ ਅਪੀਲ ਸਾਡੇ ਸਮਾਜ ਦੇ ਸਾਰੇ ਵਰਗਾਂ ਨੂੰ ਕਰਨਾ ਚਾਹੁੰਦਾ, ਜਿੰਨੇ ਵੀ ਇਸ ਅੰਦੋਲਨ ਦਾ ਸਾਥ ਦੇ ਰਹੇ ਨੇ। ਇਹ ਅੰਦੋਲਨ ਇੱਕ ਤਾਂ ਪਹਿਲੀ ਗੱਲ ਪੂਰੇ ਦੇਸ਼ ਦਾ ਅੰਦੋਲਨ ਹੁਣ ਬਣ ਚੁੱਕਿਆ ਹੈ, ਪੂਰੇ ਦੇਸ਼ ਕੀ ਦੁਨੀਆ 'ਚ ਇਹਦਾ ਨਾਂ ਜਾ ਚੁੱਕਿਆ ਹੈ। ਇਸ ਗੱਲ ਕਰਕੇ ਸਾਨੂੰ ਮਤਲਬ ਕਿ ਸ਼ਾਂਤੀਪੂਰਨ ਤਰੀਕੇ ਦੇ ਨਾਲ ਸੰਵਿਧਾਨ ਦੇ ਅਧਿਕਾਰਾਂ ਮੁਤਾਬਕ ਜਿਵੇਂ ਸਾਨੂੰ ਮਿਲਦਾ ਹੈ ਤੇ ਚਾਹੇ ਸਾਨੂੰ ਲੱਖ ਅਕਸਾਈ ਜਾਣ, ਅਸੀਂ ਆਪਦੀ ਮਤਲਬ ਕਿ ਜਿਵੇਂ ਅਰਜਨ ਨੇ ਨਿਸ਼ਾਨਾ ਲਾਉਣ ਵੇਲੇ ਮੱਛੀ ਦੀ ਅੱਖ 'ਤੇ ਨਿਸ਼ਾਨਾ ਸਿੱਧਤ ਕਰ ਲਿਆ ਸੀ, ਉਸੇ ਤਰ੍ਹਾਂ ਸਾਡਾ ਇੱਕੋ ਇੱਕ ਨਿਸ਼ਾਨਾ ਇਹ ਖੇਤੀ ਕਾਨੂੰਨ ਜਾਂ MSP ਲੈਣਾ, ਇਹਨਾਂ ਕਾਨੂੰਨਾਂ ਨੂੰ ਵਾਪਸ ਕਰਵਾਉਣਾ ਜਿਹੜੇ ਸਾਡੇ 'ਤੇ ਕਾਲੇ ਕਾਨੂੰਨ ਠੋਸੇ ਗਏ ਹੈ, ਤੇ ਇਹਨਾਂ ਨੀਤੀਆਂ ਨੂੰ ਵਾਪਸ ਕਰਾਉਣਾ ਜਿਨ੍ਹਾਂ ਦੇ ਨਾਲ ਸਾਡੀ ਸਾਰਾ ਕੁਝ ਬਰਬਾਦ ਕੀਤਾ ਜਾ ਰਿਹਾ ਤੇ ਵੇਚਿਆ ਜਾ ਰਿਹਾ। ਇਸ ਤੋਂ ਬਿਨਾਂ ਸਾਡਾ ਕੋਈ ਏਜੰਡਾ ਨਹੀਂ ਹੋਣਾ ਚਾਹੀਦਾ ਤੇ ਅਸੀਂ ਸ਼ਾਂਤੀਪੂਰਨ ਤਰੀਕੇ ਦੇ ਨਾਲ ਇਹ ਅੰਦੋਲਨ ਨੂੰ ਜਾਰੀ ਰੱਖਾਂਗੇ ਤੇ ਅਪੀਲ ਵੀ ਕਰਦਾ ਵੀ ਆਪਾਂ ਸ਼ਾਂਤੀਪੂਰਨ ਜਾਰੀ ਰੱਖਾਂਗੇ। ਬਹੁਤ ਬਹੁਤ ਧੰਨਵਾਦ। ਤਾਂ ਇਹ ਗੱਲਾਂ ਬਾਤਾਂ ਅਸੀਂ ਤੁਹਾਡੇ ਤੱਕ ਰੂਬਰੂ ਕੀਤੀਆਂ ਗਈ ਤੇ ਮੇਰੇ ਨਾਲ ਇਸ ਵੇਲੇ ਮੌਜੂਦ ਸੀਗੇ ਜੋ ਬਲਕੰਦ ਸਿੰਘ ਬਰਾੜ, ਜੋ ਆਲ ਇੰਡੀਆ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਨੇ, ਤੇ ਜੋ ਸੰਯੁਕਤ ਕਿਸਾਨ ਮੋਰਚੇ ਦੀ 40 ਮੈਂਬਰੀ ਕਮੇਟੀ ਦੇ ਮੈਂਬਰ ਵੀ ਨੇ, ਤੇ ਜਿਨ੍ਹਾਂ ਨੇ ਇਹ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਨੇ, ਜਿਨ੍ਹਾਂ ਨੇ ਦੱਸਿਆ ਕਿ ਜੋ ਦਿੱਲੀ ਦੇ ਵਿੱਚ ਦਿੱਲੀ ਦੀ ਬਰੂਹਾਂ ਤੇ ਬੈਠੇ ਜੋ ਕਿਸਾਨ ਨੇ, ਲੰਬਾ ਸਮਾਂ ਬੀਤ ਗਿਆ ਤੇ ਇਸ ਅੰਦੋਲਨ ਨੂੰ ਹੋਰ ਤਿੱਖਾ ਕਰਨ ਦੇ ਲਈ ਹੁਣ ਜਿਹੜੀਆਂ ਰਣਨੀਤੀ ਤਿਆਰ ਕੀਤੀਆਂ ਜਾ ਰਹੀਆਂ ਨੇ, ਉਹਨਾਂ ਨੂੰ ਲੈ ਕੇ ਕਿਸ ਤਰੀਕੇ ਦੀ ਸਟ੍ਰੈਟਜੀ ਅੱਗੇ ਰਹਿ ਸਕਦੀ ਹੈ ਕਿ ਉਹਨੂੰ ਲੈ ਕੇ ਵੀ ਗੱਲਾਂ ਬਾਤਾਂ ਕੀਤੀਆਂ ਨੇ। ਤੇ ਕਿਹਾ ਜਾ ਰਿਹਾ ਇਹਨਾਂ ਦੇ ਵੱਲੋਂ ਕਿ ਜਿਹੜੇ ਵਰਗ ਇਸ ਅੰਦੋਲਨ ਦੇ ਵਿੱਚ ਸ਼ਾਮਲ ਨੇ, ਉਹਨਾਂ ਸਾਰੇ ਵਰਗਾਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਸਾਰੇ ਮਿਲ ਕੇ ਇੱਕੋ ਏਜੰਡੇ ਨੂੰ, ਇਸ ਖੇਤੀ ਕਾਨੂੰਨ ਨੂੰ ਰੱਦ ਕਰਾਉਣ ਦੇ ਲਈ ਆਪਣਾ ਸਹਿਯੋਗ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਅਦਾ ਕਰਨ। ਕੈਮਰਾ ਪਰਸਨ ਰਾਜੇਸ਼ ਦੇ ਨਾਲ ਗੌਤਮ ਕੁਮਾਰ, ਤੁਸੀਂ ਵੇਖ ਰਹੇ ਹੋ ਔਨ 에ਅਰ।